ਹੈਲੋ ਸਟੂਡੈਂਟਸ, ਤਾਂ ਆਪਾਂ ਪੜ੍ਹ ਰਹੇ ਸੀ ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ। ਤਾਂ ਪਿਛਲੀ ਵੀਡੀਓ 'ਚ ਆਪਾਂ ਪੜ੍ਹਿਆ ਸੀ ਸੈਂਡਲਰ ਕਮਿਸ਼ਨ। ਉਸ ਤੋਂ ਪਹਿਲਾਂ ਆਪਾਂ ਪੜ੍ਹਿਆ ਵੁੱਡ ਡਿਸਪੈਚ, 1902 ਯੂਨੀਵਰਸਿਟੀ ਕਮਿਸ਼ਨ, 1882 ਹੰਟਰ ਕਮਿਸ਼ਨ। ਤਾਂ ਅੱਜ ਆਪਾਂ ਪੜ੍ਹਾਂਗੇ ਬੱਚੋ ਹਟੋਗ ਕਮੇਟੀ, ਜਿਹੜੀ ਕਿ 1928 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ ਇੰਗਲਿਸ਼ ਗਵਰਨਮੈਂਟ ਦੇ ਦੁਆਰਾ, ਔਰ 1929 ਵਿੱਚ ਉਸਨੇ ਆਪਣੀ ਰਿਪੋਰਟ ਨੂੰ ਪੇਸ਼ ਕੀਤਾ। ਹਟੋਗ ਕਮੇਟੀ, ਹਰਟੋਗ ਕਮੇਟੀ 1929 ਦੇ ਵਿੱਚ ਇਸਨੇ ਆਪਣੀ ਰਿਪੋਰਟ ਨੂੰ ਪੇਸ਼ ਕੀਤਾ। ਫਿਲਿਪ ਹਰਟੋਗ ਜਿਹੜੇ ਇਸ ਦੇ ਕੀ ਸੀ, ਹੈਡ ਸੀ ਇਸ ਕਮੇਟੀ ਦੇ। ਤਾਂ ਇਸ ਕਮੇਟੀ ਨੇ ਜਿਹੜੀ ਆਪਣੀ ਰਿਕਮੈਂਡੇਸ਼ਨ ਦਿੱਤੀ, ਤਾਂ ਇਸ ਨੇ ਕਿਹਾ ਵੀ ਇੰਡੀਆ ਦੇ ਵਿੱਚ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਸ ਦੀ ਜਿਹੜੀ ਹਾਲਤ ਹੈ ਉਹ ਬਹੁਤ ਹੀ ਜ਼ਿਆਦਾ ਖਰਾਬ ਹੈ। ਹਾਂਜੀ, ਤਾਂ ਇਸ ਨੇ ਫੋਕਸ ਕੀਤਾ ਪ੍ਰਾਇਮਰੀ ਦੇ ਉੱਪਰ। ਤਾਂ ਇਸ ਨੇ ਕਿਹਾ ਵੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਮਾੜੀ ਹੈ, ਤਾਂ ਉਸ ਨੂੰ ਸੁਧਾਰਨ ਦੀ ਲੋੜ ਹੈ। ਤਾਂ ਇਸ ਦੇ ਸੁਧਾਰ ਪ੍ਰਾਇਮਰੀ ਐਜੂਕੇਸ਼ਨ, ਮਾਸ ਐਜੂਕੇਸ਼ਨ ਦੇ ਉੱਪਰ ਇਸ ਨੇ ਜਿਹੜਾ ਫੋਕਸ ਕੀਤਾ। ਤਾਂ ਇਸ ਨੇ ਕਿਹਾ ਵੀ ਵੇਸਟੇਜ ਔਰ ਸਟੈਗਨੇਸ਼ਨ। ਵੇਸਟੇਜ ਕੀ ਹੁੰਦੀ ਹੈ? ਬੱਚਾ, ਕੋਈ ਵੀ ਬੱਚਾ ਜਿਹੜਾ ਉਹ ਆਪਣੀ ਪ੍ਰਾਇਮਰੀ ਦੀ ਐਜੂਕੇਸ਼ਨ ਨੂੰ ਜਿਹੜਾ ਉਹ ਪੂਰਾ ਨਹੀਂ ਕਰ ਪਾਉਂਦਾ, ਤਾਂ ਕਿਸੇ ਵੀ ਸਟੇਜ ਦੇ ਵਿੱਚ ਉਹ ਪ੍ਰਾਇਮਰੀ ਐਜੂਕੇਸ਼ਨ ਪੂਰੀ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦਾ ਹੈ, ਤਾਂ ਉਸ ਨੂੰ ਵੇਸਟੇਜ ਕਿਹਾ ਜਾਂਦਾ ਹੈ। ਤਾਂ ਇਹ ਹਟੋਗ ਕਮੇਟੀ ਨੇ ਕਿਹਾ ਵੀ ਇੰਡੀਆ ਵਿੱਚ ਵੇਸਟੇਜ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਹੈ। ਸਟੈਗਨੇਸ਼ਨ, ਬੱਚਾ ਜਿਹੜਾ ਉਹ ਕੀ ਹੋ ਰਿਹਾ ਹੈ, ਫੇਲ ਹੋ ਰਿਹਾ ਹੈ ਵਾਰੀ ਵਾਰੀ, ਤਾਂ ਉਸ ਨੂੰ ਕਿਹਾ ਜਾਂਦਾ ਸਟੈਗਨੇਸ਼ਨ। ਇੱਕ ਹੀ ਕਲਾਸ ਦੇ ਵਿੱਚ ਰਿਟੈਂਸ਼ਨ ਹੋ ਰਹੀ ਹੈ ਉਸ ਬੱਚੇ ਦੀ, ਵਾਰ-ਵਾਰ ਇੱਕ ਬੱਚਾ ਇੱਕ ਹੀ ਕਲਾਸ ਦੇ ਵਿੱਚ ਵਾਰ-ਵਾਰ ਫੇਲ ਹੋ ਰਿਹਾ ਹੈ, ਤਾਂ ਉਸ ਨੂੰ ਕਿਹਾ ਜਾਂਦਾ ਸਟੈਗਨੇਸ਼ਨ। ਤਾਂ ਇੰਗਲਿਸ਼ ਗਵਰਨਮੈਂਟ ਇੰਨਾ ਪੈਸਾ ਲਗਾ ਰਹੀ ਸੀ, ਔਰ ਇੰਗਲਿਸ਼ ਗਵਰਨਮੈਂਟ ਦਾ ਜਿਹੜਾ ਮੇਨ ਏਮ ਸੀ ਵੀ ਭਾਰਤ ਦੇ ਵਿੱਚ ਕਲਰਕ ਪੈਦਾ ਕਰਨੇ ਨੇ ਇੰਗਲਿਸ਼ ਵਾਲੇ, ਔਰ ਇੰਡੀਆ ਨੂੰ ਜਿਹੜਾ ਈਸਾਈ ਧਰਮ ਵੀ ਫੋਕਸ ਕਰਨਾ, ਈਸਾਈ ਧਰਮ ਅਪਣਾਉਣ ਦੇ ਲਈ ਵੀ ਜਿਹੜਾ ਕੀ ਕਰਨੀ ਅਪਰੋਚ ਹੋਣੀ ਚਾਹੀਦੀ ਹੈ ਇੰਡੀਅਨਸ ਦੀ। ਤਾਂ ਉਹਨਾਂ ਦੀ ਇਹ ਚੀਜ਼ਾਂ ਜਿਹੜੀਆਂ ਨੇ ਖਤਮ ਹੁੰਦੀਆਂ ਲੱਗ ਰਹੀਆਂ ਸੀ ਉਹਨਾਂ ਨੂੰ, ਕਿਉਂਕਿ ਵੇਸਟੇਜ ਹੋ ਰਹੀ ਸੀ ਪ੍ਰਾਇਮਰੀ ਐਜੂਕੇਸ਼ਨ, ਬੱਚੇ ਪੂਰੀ ਨਹੀਂ ਕਰ ਰਹੇ ਸੀ, ਪਹਿਲਾਂ ਹੀ ਛੱਡ ਕੇ ਜਾ ਰਹੇ ਸੀ, ਬੱਚੇ ਵਾਰ-ਵਾਰ ਫੇਲ ਹੋ ਰਹੇ ਸੀ। ਤਾਂ ਸਟੈਗਨੇਸ਼ਨ, ਇੱਕ ਹੀ ਕਲਾਸ ਦੇ ਵਿੱਚ ਬੱਚਾ ਰਿਪੀਟ ਹੋ ਰਿਹਾ ਸੀ, ਤਾਂ ਸਟੈਗਨੇਸ਼ਨ। ਤਾਂ ਉਹਨਾਂ ਨੇ ਕਿਹਾ ਵੀ ਆਪਾਂ ਨੂੰ, ਹਟੋਗ ਕਮੇਟੀ ਨੇ ਫੋਕਸ ਕੀਤਾ ਵੀ ਕੁਆਲਿਟੀ ਐਜੂਕੇਸ਼ਨ। ਤਾਂ ਉਹਨਾਂ ਨੇ ਕਿਹਾ ਵੀ ਸਕੂਲ ਵਧਾਉਣ ਦੀ ਥਾਂ 'ਤੇ, ਸਕੂਲਾਂ ਨੂੰ ਜ਼ਿਆਦਾ ਸੰਖਿਆ ਵਿੱਚ ਵਧਾਉਣ ਦੀ ਥਾਂ 'ਤੇ ਕੁਆਲਿਟੀ 'ਤੇ ਧਿਆਨ ਦਿੱਤਾ ਜਾਵੇ। ਤਾਂ ਕੁਆਲਿਟੀ ਜੇ ਤੁਸੀਂ ਕੁਆਲਿਟੀ ਇੰਪਰੂਵ ਕਰ ਦੋਗੇ ਤਾਂ ਐਜੂਕੇਸ਼ਨ ਆਪਣੇ ਆਪ ਇੰਪਰੂਵ ਹੋ ਜਾਏਗੀ, ਖਾਸ ਕਰਕੇ ਪ੍ਰਾਇਮਰੀ ਦੀ। ਤਾਂ ਇਸ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਅਗਰ ਕੁਆਲਿਟੀ ਲੈਣਾ ਚਾਹੁੰਦੇ ਹੋ ਤਾਂ ਕੀ ਕਰਨਾ ਪਏਗਾ ਤੁਹਾਨੂੰ। ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ, ਪ੍ਰਾਇਮਰੀ ਤੋਂ ਬਾਅਦ ਬੱਚਾ ਜਿਹੜਾ ਉਹ ਕਿੱਥੇ ਚਲਾ ਜਾਂਦਾ ਹੈ, ਹਾਈ ਸਕੂਲ ਵਿੱਚ, ਫਿਰ ਇੰਟਰਮੀਡੀਏਟ, ਔਰ ਦੈਨ ਯੂਨੀਵਰਸਿਟੀ ਦੇ ਵਿੱਚ। ਤਾਂ ਪ੍ਰਾਇਮਰੀ ਦੋ 1 ਤੋਂ 8 ਸਾਲ, ਤਾਂ 1 ਤੋਂ 8 ਸਾਲ ਦੀ ਐਜੂਕੇਸ਼ਨ ਯਾਨੀ 8th ਕਲਾਸ ਤੋਂ ਬਾਅਦ ਬੱਚਾ ਜਿਹੜਾ ਕਿੱਥੇ ਜਾਏਗਾ, ਵੋਕੇਸ਼ਨਲ ਜਾਂ ਅਕੈਡਮਿਕ। ਤਾਂ ਇਸ ਨੇ ਕਿਹਾ ਵੀ 8ਵੀਂ ਤੋਂ ਬਾਅਦ ਹੀ ਇਹ ਡਿਸਾਈਡ ਹੋ ਜਾਣਾ ਚਾਹੀਦਾ ਹੈ ਵੀ ਜਿਹੜਾ ਤਾਂ ਬੱਚਾ ਇੰਟੈਲੀਜੈਂਟ ਹੈ ਉਹ ਅੱਗੇ ਪੜ੍ਹਨ ਲਈ ਜਾਏਗਾ ਹਾਈ ਸਕੂਲ ਦੇ ਵਿੱਚ, ਔਰ ਜਿਹੜੇ ਬੱਚੇ ਐਵਰੇਜ ਨੇ ਉਹ ਕਿਸ ਟ੍ਰੇਡ ਦੇ ਵਿੱਚ ਜਾਣਗੇ, ਵੋਕੇਸ਼ਨਲ ਦੇ ਵਿੱਚ। ਤਾਂ ਇਹ ਕਿੱਥੋਂ ਡਿਸਾਈਡ ਹੋਣਾ ਚਾਹੀਦਾ ਹੈ, 8th ਕਲਾਸ ਤੋਂ ਬਾਅਦ। ਤਾਂ ਇਹ ਹਟੋਗ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਵੀ 8th ਕਲਾਸ ਤੋਂ ਬਾਅਦ ਹੀ ਬੱਚੇ ਜਿਹੜੇ ਐਵਰੇਜ ਸਟੂਡੈਂਟਸ ਨੇ ਉਹਨਾਂ ਨੂੰ ਕਿਹੜੀ ਟ੍ਰੇਡ ਵਿੱਚ ਪਾ ਦਿਓ। ਐਵਰੇਜ ਸਟੂਡੈਂਟਸ ਨੇ ਜਿਹੜੇ ਵੋਕੇਸ਼ਨਲ, ਔਰ ਜਿਹੜੇ ਅਕੈਡਮਿਕਸ ਅੱਗੇ ਪੜ੍ਹਾਈ ਜਾਰੀ ਕਰਨਾ ਚਾਹੁੰਦੇ ਨੇ, ਅਕੈਡਮਿਕ, ਉਹ ਜਿਹੜੇ ਵਧੀਆ ਸਟੂਡੈਂਟ ਨੇ, ਗੁੱਡ ਸਟੂਡੈਂਟਸ ਨੇ, ਪੜ੍ਹਾਈ ਦੇ ਵਿੱਚ ਵਧੀਆ ਨੇ, ਬ੍ਰਿਲੀਅੰਟ ਸਟੂਡੈਂਟਸ ਨੇ, ਤਾਂ ਉਹਨਾਂ ਨੂੰ 8th ਕਲਾਸ ਤੋਂ ਬਾਅਦ ਅੱਗੇ ਹਾਈ ਸਕੂਲ ਯਾਨੀ ਕਿ ਅਕੈਡਮਿਕਸ ਦੇ ਵਿੱਚ, ਫਿਰ ਉਹ +2 ਕਰਨਗੇ, ਫਿਰ ਉਹ ਯੂਨੀਵਰਸਿਟੀ ਦੇ ਵਿੱਚ ਜਾਣਗੇ। ਤਾਂ ਇਹ ਆਪਣੀ ਰਿਪੋਰਟ ਵਿੱਚ ਪੇਸ਼ ਕੀਤਾ। ਔਰ ਇਹਨਾਂ ਨੇ ਕਿਹਾ ਯੂਨੀਵਰਸਿਟੀ ਦੇ ਵਿੱਚ ਜਿਹੜੀ ਐਡਮਿਸ਼ਨ ਹੈ ਉਹ ਕੀ ਹੋਣੀ ਚਾਹੀਦੀ ਹੈ, ਰਿਸਟ੍ਰਿਕਟਡ ਹੋਣੀ ਚਾਹੀਦੀ ਹੈ। ਆਫਟਰ +2 ਜਿਹੜਾ ਬੱਚਾ ਇੱਥੇ +2 ਕਰਕੇ ਗਿਆ, +1 +2 ਤੋਂ ਬਾਅਦ ਸਾਰੇ ਹੀ ਬੱਚਿਆਂ ਨੂੰ ਜਿਹੜਾ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਨਾ ਦਿੱਤੀ ਜਾਵੇ, ਤਾਂ ਹੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਜਿਹੜੀਆਂ ਨੇ ਘਟਣਗੀਆਂ। ਤਾਂ ਉੱਥੇ
यूनिवर्सिटी की एडमिशन वधिया बच्चों नूं उन्हां नूं चंगी तरह परख के उन्हां नूं एडमिशन दी जाए, सारे ही बच्चों नूं +2 करन तो बाद एडमिशन ना दी जाए। तो ये तो इसने अपना एक दस्या, हटो कमेटी ने एक प्रपोजल दिता, ये पेश की रिपोर्ट दे विच। और दूसरा इसने क्या, टीचर्स, तो इसने फोकस किया टीचर्स के उपर भी टीचर्स दी ट्रेनिंग लगाई जाए, उन्हों का स्टेटस वधिया किया जाए, उन्हों की पे खास करके उन्होंने सैलरी वधाई जाए, जिस नाल क्वालिटी जी वधेगी। ट्रेनिंग लगाई जान, स्टेटस वाल ध्यान दिता जाए टीचर्स दे, और पे वधाइया जान, ता ही टीचर्स जिहड़े ने क्वालिटी दे पाएंगे। और जिहड़ियां हॉलीडेज ने और स्कूल आवर्स ने वो की होने चाहिए ने, लोकल रिक्वायरमेंट्स नूं देख के होनी चाहिए ने। हॉलीडेज और स्कूल आवर्स, तो हॉलीडेज जिहड़ियां ने छुट्टियां ने वो सारे ही हिंदुस्तान का जिहड़ा मौसम इक्को वर्गा नहीं हुंदा। जिवें पहाड़ां ते उत्थे बर्फ पैंदी है कुछ महीने स्कूल जिहड़े ने उत्थे बंद रखे जांदे ने, स्कूल आवर्स भी, यानी कि लोकल रिक्वायरमेंट्स, तो उस स्टेट की हालत, उस स्टेट के लोकल इन्वायरमेंट नूं, लोकल रिक्वायरमेंट नूं देखते हुए हॉलीडेज कीतियां जान, और उत्थे ही स्कूल आवर्स भी उस तरीके नाल डिसाइड किए जान, ता ही जिहड़ी ये क्वालिटी आएगी। तो इस चीज़ के उपर फोकस किया किसने, हटोक कमेटी ने 1929 ने। ठीक है बच्चों, तो इस तो बाद अगली कमेटी किहड़ी आई नैक्सट, तो वो आई 1937 वारदा कमीशन, बेसिक एजुकेशन कमीशन भी जिसनों कहा जाता है वारदा कमीशन। बेसिक एजुकेशन स्कीम और वारदा स्कीम, तो ये की सी, ये 1937 दे विच आई सी वारदा स्कीम 1937। तो उत्थे की होया, ऑल इंडिया कॉन्फ्रेंस करवाई गई 1937 विच वारदा दे विच। किस दी हैडशिप दे विच, महात्मा गांधी जी दी। ऑल इंडिया नैशनल एजुकेशनल कॉन्फ्रेंस हुई 1937 वारदा महाराष्ट्र दे विच, जिसनों हैडशिप की महात्मा गांधी ने, क्योंकि महात्मा गांधी लर्निंग बाय डूइंग के उपर विश्वास रखते सी। तो टाइम टू टाइम वो समय समय पर अपने जोड़े एजुकेशन नाल रिलेटिड टॉपिक्स ने, एजुकेशन रिफॉर्म्स ने, एजुकेशन के उपर की सुधार किए जाने चाहिए ने, तो उसनों लिखते रहते सी अपनी पत्रिका हरिजन दे विच। तो 1937 दे विच कॉन्फ्रेंस बुलाई गई, जिथे कि 8 प्रोविंसिस दे विच कांग्रेस की जिहड़ी सरकार सी उस टाइम, तो उन्हां सारियां दे ही एजुकेशन मिनिस्टर्स 1937 इलैक्शन होए सी, तो 11 प्रोविंसिस दे विचों 8 दे विच कांग्रेस ने सरकार बना ली सी। तो कांग्रेस सुधार करना चाहती सी एजुकेशन के उपर भी। तो वो 8 प्रोविंसिस दे विच जिथे कांग्रेस की सरकार सी, उत्थों के सारे एजुकेशन मिनिस्टर्स ने इस कॉन्फ्रेंस दे विच हिस्सा लिया। होर भी बड़े एजुकेशनिस्ट इंडिया के उत्थे आए, तो उन्होंने ये हिस्सा लिया, और महात्मा गांधी के जिहड़े विचार सी उन्होंने सुने, और उस दे नाल सारे ही जिहड़े ने वो सहमत होए। तो महात्मा गांधी ने की अगों रिकमेंडेशन दित्तियां, तो उन्होंने कहा सी अगों एक कमेटी बिठाई जाकिर हुसैन, तो इस कमेटी नूं जाकिर हुसैन कमेटी भी कहते हैं। तो इस वारदा स्कीम दे विच एक कमेटी नवी बनी, जिस दे हैड बने जाकिर हुसैन। तो इसनूं जाकिर हुसैन कमेटी कहा जाता। तो इस कमेटी ने की सिफारिशा कीतियां भी जिहड़ी एजुकेशन है पहली 7 सालों की, फस्ट 7 ईयर्स, वो की होनी चाहिए है, फ्री एंड कंपलसरी।
ਔਰ ਇਹ ਵਾਲੀ ਐਜੂਕੇਸ਼ਨ ਪਹਿਲੇ 7 ਸਾਲਾਂ ਦੀ ਬੱਚੇ ਦੀ ਮਾਤਰ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ। ਔਰ ਇਸ ਦੇ ਲਈ ਮੈਨੂਅਲ ਐਂਡ ਪ੍ਰੋਡਕਟਿਵ ਵਰਕ ਦੇ ਥਰੂ ਇਹ ਐਜੂਕੇਸ਼ਨ ਹੋਣੀ ਚਾਹੀਦੀ ਹੈ, ਜਿਸ ਦੇ ਨਾਲ ਜਿਹੜੀ ਇਸ ਦੇ ਨਾਲ ਆਮਦਨ ਹੋਏਗੀ ਉਸ ਦੇ ਨਾਲ ਕੀ ਹੋਏਗਾ, ਸੈਲਰੀ ਆਫ ਦਾ ਟੀਚਰਸ। ਇੱਕ ਤਾਂ ਬੱਚੇ ਨੂੰ ਐਜੂਕੇਸ਼ਨ ਮਿਲੇਗੀ ਔਰ ਪ੍ਰੋਡਕਟਿਵ ਵਰਕ ਦੇ ਥਰੂ ਮਿਲੇਗੀ, ਔਰ ਜਿਸ ਦੇ ਨਾਲ ਉਸ ਜਿਹੜੀ ਆਮਦਨ ਹੋਏਗੀ ਉਸ ਦੇ ਨਾਲ ਟੀਚਰਸ ਦੀ ਜਿਹੜੀ ਹੈ ਉਹ ਸੈਲਰੀ ਵੀ ਨਿਕਲ ਜਾਏਗੀ। ਤਾਂ ਇਹ ਰਿਕਮੈਂਡੇਸ਼ਨ ਦਿੱਤੀਆਂ, ਪਹਿਲੇ 7 ਸਾਲ ਦੀ ਐਜੂਕੇਸ਼ਨ ਉਹ ਫ੍ਰੀ ਤੇ ਕੰਪਲਸਰੀ ਹੋਣੀ ਚਾਹੀਦੀ ਹੈ, ਮਦਰ ਟੰਗ ਦੇ ਵਿੱਚ ਹੋਣੀ ਚਾਹੀਦੀ ਹੈ, ਮੈਨੂਅਲ ਔਰ ਪ੍ਰੋਡਕਟਿਵ ਵਰਕ ਨੂੰ ਸ਼ਾਮਿਲ ਕੀਤਾ ਜਾਵੇ, ਹੈਂਡੀਕ੍ਰਾਫਟ ਜਿਸ ਤਰ੍ਹਾਂ ਤਾਂ ਉਸ ਨੂੰ ਸ਼ਾਮਿਲ ਕੀਤਾ ਜਾਵੇ ਇਸ ਦੇ ਵਿੱਚ। ਉਸ ਦੇ ਥਰੂ ਜਿਹੜੀ ਪ੍ਰੋਡਕਟਿਵ ਵਰਕ ਦੇ ਥਰੂ ਕੀ ਹੋਏਗਾ, ਪੈਸਾ ਮਿਲੇਗਾ, ਪੈਸਾ ਬਣੇਗਾ, ਤਾਂ ਉਸ ਦੇ ਨਾਲ ਟੀਚਰ ਦੀ ਸੈਲਰੀ ਆਫ ਦਾ ਟੀਚਰ ਜਿਹੜੀ ਉਹ ਨਿਕਲ ਜਾਏਗੀ। ਇਹ ਰਿਕਮੈਂਡੇਸ਼ਨ ਦਿੱਤੀਆਂ ਜ਼ਾਕਿਰ ਹੁਸੈਨ ਕਮੇਟੀ ਨੇ, ਵਾਰਦਾ ਸਕੀਮ ਨੇ, ਬੇਸਿਕ ਐਜੂਕੇਸ਼ਨ ਸਕੀਮ ਨੇ। ਆਲ ਇੰਡੀਆ ਨੈਸ਼ਨਲ ਐਜੂਕੇਸ਼ਨ ਕਾਨਫਰੰਸ ਹੋਈ 1937 ਮਹਾਰਾਸ਼ਟਰ ਵਿੱਚ, ਵਾਰਦਾ ਦੇ ਵਿੱਚ। ਮਹਾਤਮਾ ਗਾਂਧੀ ਇਸ ਦੇ ਹੈੱਡ ਸੀ ਔਰ 8 ਪ੍ਰੋਵਿੰਸਿਸ ਦੇ ਜਿੱਥੇ ਕਾਂਗਰਸ ਦੀ ਸਰਕਾਰ ਸੀ ਉਹ ਸਾਰੇ ਐਜੂਕੇਸ਼ਨ ਮਿਨਿਸਟਰ ਉੱਥੇ ਆਏ, ਹੋਰ ਵੀ ਐਜੂਕੇਸ਼ਨਿਸਟ ਆਏ ਜਿਨ੍ਹਾਂ ਨੇ ਗਾਂਧੀ ਜੀ ਦੇ ਵਿਚਾਰ ਸੁਣੇ ਔਰ ਸਾਰੇ ਉਸ ਦੇ ਨਾਲ ਸਹਿਮਤ ਹੋਏ। ਔਰ ਇਸ ਨੂੰ ਬੇਸਿਕ ਐਜੂਕੇਸ਼ਨ ਕਿਉਂ ਕਿਹਾ ਜਾਂਦਾ ਹੈ, ਤਾਂ ਇਸ ਟੌਪਿਕ ਦੇ ਉੱਪਰ ਆਨੇ ਆ। ਬੇਸਿਕ ਐਜੂਕੇਸ਼ਨ ਕਿਉਂ ਨਾਮ ਦਿੱਤਾ ਗਿਆ ਇਸ ਨੂੰ, ਕਿਉਂਕਿ ਇਹ ਇੰਡੀਆ ਦਾ ਫਸਟ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਸੀ ਬਾय द ਇੰਡੀਅਨਸ ਇਨ ਇੰਡੀਆ। ਭਾਰਤ ਦੇ ਵਿੱਚ ਪਹਿਲਾ ਐਜੂਕੇਸ਼ਨ ਕਮਿਸ਼ਨ ਸੀ ਜਿਹੜਾ ਕਿ ਭਾਰਤੀਆਂ ਦੁਆਰਾ ਤਿਆਰ ਕੀਤਾ ਗਿਆ। ਇਸ ਤੋਂ ਪਹਿਲਾਂ ਜਿੰਨੇ ਵੀ ਐਜੂਕੇਸ਼ਨ ਕਮਿਸ਼ਨ ਆਏ ਉਸ ਦੇ ਵਿੱਚ ਸਾਰੇ ਕੀ ਹੁੰਦੇ ਸੀ, ਅੰਗਰੇਜ਼ ਮੈਂਬਰ ਹੁੰਦੇ ਸੀ। ਤਾਂ ਇਹ ਪਹਿਲਾ ਕਮਿਸ਼ਨ ਸੀ ਭਾਰਤ ਦਾ ਜਿਹੜਾ ਕਿ ਭਾਰਤੀਆਂ ਦੁਆਰਾ ਬਣਾਇਆ ਗਿਆ। ਇਸ ਕਰਕੇ ਇਸ ਨੂੰ ਬੇਸਿਕ ਐਜੂਕੇਸ਼ਨ ਸਕੀਮ ਵੀ ਕਿਹਾ ਜਾਂਦਾ ਹੈ, ਬੇਸਿਕ ਐਜੂਕੇਸ਼ਨ ਕਮਿਸ਼ਨ ਵੀ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਜਿਹੜੀਆਂ ਬੇਸਿਕ ਨੀਡਸ ਨੇ ਆਫ ਹਿਊਮਨ ਲਾਈਫ, ਤਾਂ ਉਸ ਦੇ ਉੱਪਰ ਧਿਆਨ ਕੀਤਾ ਗਿਆ। ਔਰ ਇੰਡੀਆ ਦੇ ਕਲਚਰ ਐਂਡ ਸਿਵਲਾਈਜੇਸ਼ਨ ਨੂੰ ਧਿਆਨ ਵਿੱਚ ਰੱਖ ਕੇ ਇਹ ਸਕੀਮ ਜਿਹੜੀ ਬਣਾਈ ਗਈ 1937 ਦੀ। ਇਸ ਕਰਕੇ ਇਸ ਨੂੰ ਬੇਸਿਕ ਐਜੂਕੇਸ਼ਨ ਸਕੀਮ ਵੀ ਕਿਹਾ ਜਾਂਦਾ ਹੈ। ਠੀਕ ਹੈ ਬੱਚੋ, ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ, ਬੇਸਿਕ ਐਜੂਕੇਸ਼ਨ ਸਕੀਮ 1937 ਔਰ ਇਸ ਤੋਂ ਪਹਿਲਾਂ ਆਪਾਂ ਪੜ੍ਹਿਆ ਹਟੋਕ ਕਮੇਟੀ 1929। ਤਾਂ ਅਗਲੀ ਵੀਡੀਓ 'ਚ ਆਪਾਂ ਬ੍ਰਿਟਿਸ਼ ਰੂਲ ਦੇ ਅੰਡਰ ਲਾਸਟ ਜਿਹੜੀ ਰਿਪੋਰਟ ਪੇਸ਼ ਹੋਏਗੀ ਸਾਰਜੈਂਟ ਕਮਿਸ਼ਨ, ਸਾਰਜੈਂਟ ਪਲਾਨ, ਸਾਰਜੈਂਟ ਸਕੀਮ 1944, ਤਾਂ ਉਹ ਪੜਾਂਗੇ। ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ। ਓਕੇ, ਥੈਂਕ ਯੂ।